ਹੈਲੋ एवरीवन ਵੈਲਕਮ ਟੂ ਮਾਈ ਚੈਨਲ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪੈਥੋਲੋਜੀ ਦੀ ਸੈਕੰਡ ਯੂਨਿਟ ਜਿਸ ਦਾ ਨਾਮ ਹੈ ਸੈਲੂਲਰ ਐਂਡ ਟਿਸ਼ੂ ਇੰਜਰੀ। ਸੋ ਲੈਟਸ ਗੈਟ ਸਟਾਰਟਡ। ਫਸਟਲੀ ਆਪਾਂ ਪੜਾਂਗੇ ਕਿ ਸੈਲ ਇੰਜਰੀ ਕਿਸ ਚੀਜ਼ ਤੋਂ ਹੁੰਦੀ ਹੈ। ਜਦੋਂ ਆਪਣੀ ਬਾਡੀ ਦੇ ਵਿੱਚ ਕੋਈ ਸਟ੍ਰੈਸਫੁਲ ਕੰਡੀਸ਼ਨ ਆਂਦੀ ਹੈ ਤਾਂ ਉਸ ਚੀਜ਼ ਨੂੰ ਆਪਣੀ ਬਾਡੀ ਕਿਸ ਤਰ੍ਹਾਂ ਰਿਸਪੌਂਡ ਕਰਦੀ ਹੈ, ਉਸ ਚੀਜ਼ ਦੇ ਬਾਰੇ ਆਪਾਂ ਥੋੜਾ ਜਿਹਾ ਓਵਰਵਿਊ ਲਵਾਂਗੇ। ਤਾਂ ਸੈਲੂਲਰ ਰਿਸਪੌਂਸ, ਪਹਿਲਾਂ ਆਪਣੇ ਕੋਲ ਸੈਲੂਲਰ ਰਿਸਪੌਂਸ ਟੂ ਇੰਜਰੀ। Whenever a cell or body tissue is exposed to stressful condition, that is, there is a deviation from normal hemostasis, different changes take place at cellular level. These changes may be permanent or temporary. ਇਸ 'ਚ ਕੀ ਲਿਖਿਆ ਹੈ, ਕਹਿੰਦੇ ਜਦੋਂ ਕੋਈ ਵੀ ਸੈੱਲ ਜਾਂ ਫਿਰ ਆਪਣੀ ਬਾਡੀ ਦਾ ਕੋਈ ਵੀ ਟਿਸ਼ੂ ਜੋ ਹੈ, ਜਦੋਂ ਉਹ ਇੱਕ ਸਟ੍ਰੈਸਫੁਲ ਕੰਡੀਸ਼ਨ ਦੇ ਨਾਲ ਇੱਕ ਕੰਟੈਕਟ 'ਚ ਆਉਂਦਾ ਹੈ ਤਾਂ ਆਪਣਾ ਜੋ ਨਾਰਮਲ ਹੈਮੋਸਟੇਸਿਸ ਹੈ ਆਪਣੀ ਬਾਡੀ ਦਾ, ਉਹ ਕੀ ਹੋ ਜਾਂਦਾ, ਡੈਵੀਏਟ ਹੋ ਜਾਂਦਾ ਹੈ। ਉਸ 'ਚ ਅਲਟਰੇਸ਼ਨਸ ਆ ਜਾਂਦੀਆਂ ਨੇ, ਤਾਂ ਉਸ 'ਚ ਕੁਝ ਚੇਂਜਸ ਆ ਜਾਂਦੇ, ਤਾਂ ਉਹ ਜਿਹੜੇ ਡਿਫਰੈਂਟ ਚੇਂਜਸ ਨੇ ਉਹ ਇੱਕ ਸੈਲੂਲਰ ਲੈਵਲ ਤੇ ਆਉਂਦੇ ਨੇ। ਤੇ ਇਹ ਚੇਂਜਸ ਜਿਹੜੇ ਨੇ ਉਹ ਪਰਮਾਨੈਂਟ ਵੀ ਹੋ ਸਕਦੇ ਨੇ ਔਰ ਟੈਂਪਰੇਰੀ ਵੀ ਹੋ ਸਕਦੇ ਨੇ। परमानेंट एंड टेंपरेरी किदा हो सकते हैं, हुण उस दे बारे आपां अगे पढ़ांगे। पहले है अपने को स्पैक्ट्रम ऑफ चेंजेस फॉलोइंग एक्सपोजर टू स्ट्रेस, यानी अपने को की है एक नॉर्मल सैल है, हेमोस्टेसिस है, यानी अपने जो सैल ने वो एक हेमोस्टेसिस लैवल ते ने, नॉर्मली ने। ਜਦੋਂ ਆਪਣੇ ਕੋਲ ਕੋਈ ਸਟ੍ਰੈਸਫੁਲ ਇਵੈਂਟ ਆਏਗੀ ਤਾਂ ਉਸ ਦੇ ਨਾਲ ਕੀ ਹੈ, ਆਪਾਂ ਨੂੰ ਸੈਲ ਇੰਜਰੀ ਹੋਣ ਦੇ ਚਾਂਸਸ ਨੇ। ਜਿਵੇਂ ਕੋਈ ਇੰਜਰਸ ਇਵੈਂਟ ਆਈ ਹੈ, ਕੋਈ ਫ੍ਰੈਕਚਰ ਵਗੈਰਾ ਹੋਇਆ ਪੇਸ਼ੈਂਟ ਨੂੰ, ਤਾਂ ਉਸ ਦੇ ਨਾਲ ਕੀ ਹੋ ਸਕਦਾ ਹੈ, ਪੇਸ਼ੈਂਟ ਨੂੰ ਸੈਲ ਇੰਜਰੀ ਹੋ ਸਕਦੀ ਹੈ, ਇੰਡੀਵਿਜੂਅਲ ਨੂੰ ਸੈਲ ਇੰਜਰੀ ਹੋ ਸਕਦੀ ਹੈ। ਬਟ ਜੇ ਕੋਈ ਸਟ੍ਰੈਸਫੁਲ ਇਵੈਂਟ ਹੈ, ਕਿਸੇ ਚੀਜ਼ ਦਾ ਆਪਾਂ ਨੂੰ ਸਟ੍ਰੈਸ ਹੈ, ਜਿਵੇਂ ਬੱਚਿਆਂ ਨੂੰ ਸਟ੍ਰੈਸ ਹੁੰਦਾ ਪੇਪਰਸ ਦਾ, ਬਟ ਜੇ ਆਪਣੀ ਬਾਡੀ ਉਸ ਚੀਜ਼ ਨੂੰ ਅਡੈਪਟ ਕਰ ਸਕਦੀ ਹੈ, ਉਸ 'ਚ ਕੁਝ ਸਟਰਕਚਰ ਚੇਂਜਸ ਆ ਸਕਦੇ ਨੇ, ਬਟ ਆਪਣਾ ਜਿਹੜਾ ਫੰਕਸ਼ਨ ਹੈ ਸੈੱਲ ਦਾ ਉਹ ਨੋਰਮਲ ਹੈ, ਉਹ ਮੇਨਟੇਨਡ ਹੈ, ਤਾਂ ਉਸ ਦੇ ਨਾਲ ਕੀ ਹੈ ਕਿ ਸੈੱਲ ਉਸ ਨੂੰ ਅਡੈਪਟ ਕਰ ਰਿਹਾ, ਉਸ ਨੂੰ ਸੈੱਲ ਅਡੈਪਟੇਸ਼ਨ ਬੋਲਦੇ ਆ। ਬਟ ਜੇ ਉਹ ਅਨਏਬਲ ਹੈ ਉਸ ਚੀਜ਼ ਨੂੰ ਅਡੈਪਟ ਕਰਨ ਦੇ ਵਿੱਚ, ਤਾਂ ਬੱਚਿਆਂ ਨੂੰ ਕੀ ਹੋ ਜਾਂਦਾ, ਫੀਵਰ ਵਗੈਰਾ ਹੋ ਜਾਂਦਾ ਹੈ, ਤਾਂ ਉਸ ਦੇ ਵਿੱਚ ਕੀ ਹੈ, ਇੱਕ ਸੈੱਲ ਇੰਜਰੀ ਆਈ ਹੈ। ਸੈੱਲ ਇੰਜਰੀ ਜੇ ਮਾਈਲਡ ਟੂ ਮੋਡਰੇਟ ਫਾਰਮ ਦੇ ਵਿੱਚ ਹੈ, ਵੈਨ ਦ ਸਟ੍ਰੈਸ ਇਜ਼ ਮਾਈਲਡ ਟੂ ਮੋਡਰੇਟ, ਦ ਇੰਜਰਡ ਸੈੱਲ ਮੇ ਬੀ ਰਿਕਵਰ ਔਰ ਰਿਮੂਵਲ ਆਫ ਇੰਜਰਸ ਏਜੰਟ। ਤਾਂ ਕਿ ਜੇ ਸਟ੍ਰੈਸ ਇੱਕ ਮਾਈਲਡ ਟੂ ਮੋਡਰੇਟ ਫਾਰਮ ਦੇ ਵਿੱਚ ਹੈ, ਜਿਵੇਂ ਪੇਸ਼ੈਂਟ ਨੂੰ ਬੁਖਾਰ ਹੋ ਗਿਆ ਥੋੜਾ ਜਿਹਾ, ਤਾਂ ਜਿਹੜਾ ਇੰਜਰਡ ਸੈੱਲ ਹੈ ਉਹ ਰਿਕਵਰ ਹੋ ਸਕਦਾ ਉਸ ਫੇਜ਼ ਤੋਂ, ਉਸ ਚੀਜ਼ ਨੂੰ ਜੋ ਇੰਜਰਸ ਏਜੰਟ ਹੈ ਉਸਨੂੰ ਆਪਾਂ ਰਿਮੂਵ ਕਰ ਸਕਦੇ ਹਾਂ, ਤਾਂ ਉਸ ਚੀਜ਼ ਨੂੰ ਆਪਾਂ ਕੀ ਬੋਲੂਗੇ, ਇੱਕ ਰਿਵਰਸੀਬਲ ਸੈੱਲ ਇੰਜਰੀ। ਬਟ ਜੇ ਉਹ ਸੈੱਲ ਇੰਜਰੀ ਇੱਕ ਸਵੀਅਰ ਫਾਰਮ 'ਚ ਹੈ, ਯਾਨੀ ਇੰਜਰਸ ਏਜੰਟ ਜੋ ਹੈ ਉਹ ਕੋਈ ਫ੍ਰੈਕਚਰ ਵਗੈਰਾ ਸੀ ਜਿਸ ਦੇ ਨਾਲ ਸੈੱਲ ਇੰਜਰੀ ਹੋਈ ਹੈ, ਤੇ ਉਹ ਆਪਾਂ ਨੇ ਕੁਛ ਉਹਦੇ ਤੇ ਧਿਆਨ ਨਹੀਂ ਦਿੱਤਾ ਉਸ ਚੀਜ਼ ਤੇ, ਤਾਂ ਉਹ ਸਵੀਅਰ ਹੋ ਗਈ ਹੈ, ਪ੍ਰੋਗਰੈਸਡ ਕਰ ਗਈ ਹੈ, ਤਾਂ ਉਸਨੂੰ ਬੋਲੂਗੇ ਆਪਾਂ ਇਰੀਵਰਸੀਬਲ ਸੈੱਲ ਇੰਜਰੀ। when the injury is severe, the cell undergo permanent damage, यानी कि परमानेंट डैमेज हो चुके हैं सैल ਨੂੰ, ਜੋ ਕਿਸ ਨੂੰ ਲੀਡ ਕਰੇਗਾ, ਇਰੀਵਰਸੀਬਲ ਸੈੱਲ ਇੰਜਰੀ ਨੂੰ। ਇਰੀਵਰਸੀਬਲ ਸੈੱਲ ਇੰਜਰੀ ਦੇ ਵਿੱਚ ਆਪਣੇ ਕੋਲ ਫਰਦਰ ਦੋ ਆਉਂਦੇ ਨੇ, ਇੱਕ ਹੁੰਦਾ ਨੈਕਰੋਸਿਸ, ਇੱਕ ਹੁੰਦਾ ਐਪੋਪਟੋਸਿਸ। ਨੈਕਰੋਸਿਸ ਜੋ ਇਰੀਵਰਸੀਬਲ ਸੈੱਲ ਇੰਜਰੀ ਨੂੰ ਫੋਲੋ ਕਰ ਰਹੀ ਹੈ, ਜਿਸ ਦੇ ਵਿੱਚ ਕੀ ਹੈ ਕਿ ਫ੍ਰੈਗਮੈਂਟਸ ਆ ਸਕਦੇ ਨੇ, ਮਤਲਬ ਸੈੱਲ ਇੰਜਰੀ ਜੋ ਹੈ, ਸੈੱਲ ਜੋ ਹੈ ਆਪਣਾ ਇੱਕ ਫ੍ਰੈਗਮੈਂਟ ਦੇ ਵਿੱਚ ਟੁੱਟ ਸਕਦਾ ਹੈ। ਫ੍ਰੈਗਮੈਂਟ ਯਾਨੀ ਕਿ ਇਹ ਆਪਣੇ ਕੋਲ ਸੈੱਲ ਸੀ, ਉਹ ਇਸ ਤਰ੍ਹਾਂ ਟੁੱਟ ਗਿਆ ਹੈ, ਫ੍ਰੈਗਮੈਂਟਸ 'ਚ ਟੁੱਟ ਗਿਆ ਹੈ, ਤੋਂ ਲੀਕੇਜ ਹੋ ਸਕਦੀ ਹੈ ਉਸ ਚੀਜ਼ ਦੀ। ਬਟ ਜੋ ਐਪੋਪਟੋਸਿਸ ਹੈ ਉਹਦਾ ਮਤਲਬ ਹੈ ਕਿ ਕੰਪਲੀਟਲੀ ਸੈੱਲ ਡੈਮੇਜ ਹੋ ਗਿਆ ਹੈ, ਸੈੱਲ ਖਤਮ ਹੋ ਗਿਆ ਹੈ, ਉਸਨੂੰ ਬੋਲਦੇ ਆ ਐਪੋਪਟੋਸਿਸ। ਤਾਂ ਇਹ ਕਿ ਇੱਕ ਰਿਵਰਸੀਬਲ ਸੈੱਲ ਇੰਜਰੀ ਹੈ। ਤਾਂ ਇਸ ਚੀਜ਼ ਦੇ ਬਾਰੇ ਆਪਾਂ ਫਰਦਰ ਅੱਗੇ ਡਿਸਕਸ ਕਰਾਂਗੇ। ਫਸਟ ਆਪਾਂ ਪੜਾਂਗੇ ਸੈੱਲ ਅਡੈਪਟੇਸ਼ਨ ਬਾਰੇ। ਸੈੱਲ ਅਡੈਪਟੇਸ਼ਨ ਕੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਵੇਂ ਜੇ ਆਪਣੀ ਜੋ ਅਬਿਲਿਟੀ ਹੈ ਸੈੱਲ ਦੀ, ਉਹਦੇ ਵਿੱਚ ਕੁਝ ਸਟਰਕਚਰਲ ਚੇਂਜਸ ਤਾਂ ਆ ਰਹੇ ਨੇ ਜੇ ਕੋਈ ਸਟ੍ਰੈਸਫੁਲ ਇਵੈਂਟ ਆ ਰਹੀ ਹੈ, ਬਟ ਉਸ ਦਾ ਫੰਕਸ਼ਨ ਜੋ ਹੈ ਮੇਨਟੇਨਡ ਹੈ ਅੰਡਰ ਇੱਕ ਕੰਡੀਸ਼ਨ ਆਫ ਦਾ ਸਟ੍ਰੈਸ, ਉਸਨੂੰ ਬੋਲਦੇ ਕਿ ਸੈੱਲ ਨੇ ਅਡੈਪਟ ਕਰ ਲਿਆ। ਹੁਣ ਆਪਾਂ ਨੂੰ ਪਤਾ, ਬੱਚਿਆਂ ਨੂੰ ਪਤਾ ਕਿ ਉਹਨਾਂ ਨੂੰ ਪੇਪਰ ਤਾਂ ਦੇਣੇ ਹੀ ਦੇਣੇ ਆ, ਉਹਨਾਂ ਦੇ ਫੰਕਸ਼ਨ ਦੇ ਵਿੱਚ ਕੋਈ ਮੇਨਟੇਨ ਆ, ਉਹਨਾਂ ਦਾ ਫੰਕਸ਼ਨ ਮੇਨਟੇਨ ਹੈ ਕਿ ਹਾਂਜੀ ਮੈਨੂੰ ਇਹ ਚੀਜ਼ ਕਰਨੀ ਹੀ ਕਰਨੀ ਹੈ, ਬਟ ਉਹਨਾਂ ਦੇ ਸਟਰਕਚਰ ਦੇ ਵਿੱਚ ਚੇਂਜਸ ਆ ਚੁੱਕੇ ਨੇ। ਉਹਨਾਂ ਨੂੰ ਇੰਨਾ ਹੈ ਕਿ ਮਤਲਬ ਫੀਵਰ ਵਗੈਰਾ ਹੋ ਚੁੱਕਿਆ ਉਹਨਾਂ ਨੂੰ ਇਸ ਚੀਜ਼ ਤੋਂ, ਮਤਲਬ ਉਹਨਾਂ ਨੂੰ ਪਤਾ ਹੈ ਕਿ ਚਾਹੇ ਮੈਨੂੰ ਫੀਵਰ ਹੋ ਜਾਏ, ਚਾਹੇ ਮੈਨੂੰ ਕੋਲਡ ਹੋ ਜਾਏ, ਮੈਨੂੰ ਫਾਈਨਲ ਐਗਜ਼ਾਮਸ ਦੇਣੇ ਹੀ ਦੇਣੇ ਆ। ਤਾਂ ਉਹ ਕੀ ਹੈ ਕਿ ਇੱਕ ਸਟ੍ਰੈਸ ਆਇਆ, ਉਸਦਾ ਫੰਕਸ਼ਨ ਉਸਨੇ ਮੇਨਟੇਨ ਕੀਤਾ ਹੈ, ਪਰ ਉਸਦੇ ਵਿੱਚ ਕੁਝ ਸਟਰਕਚਰਲ ਚੇਂਜਸ ਆ ਚੁੱਕੇ ਨੇ, ਉਸਨੂੰ ਬੋਲਦੇ ਕਿ ਆਪਣੀ ਬਾਡੀ ਦੇ ਕੋਲ ਇੰਨੀ ਅਬਿਲਿਟੀ ਹੈ ਕਿ ਉਹ ਸਟਰਕਚਰਲ ਚੇਂਜਸ ਤਾਂ ਆ ਰਹੇ ਨੇ ਉਸ 'ਚ, ਪਰ ਆਪਣਾ ਬਾਡੀ ਦਾ ਜਿਹੜਾ ਮੇਨ ਫੰਕਸ਼ਨ ਹੈ, ਜੋ ਸੈੱਲ ਦੇ ਫੰਕਸ਼ਨਸ ਹੈ, ਉਹ ਉਸ ਚੀਜ਼ ਨੂੰ ਮੇਨਟੇਨ ਕਰ ਰਹੀ ਹੈ, ਤਾਂ ਉਸਨੂੰ ਬੋਲਦੇ ਕਿ ਸੈੱਲ ਅਡੈਪਟੇਸ਼ਨ ਹੋ ਗਈ ਹੈ। अब ਹੁਣ ਆਪਣੇ ਕੋਲ ਆਉਂਦੇ ਆ 4 ਟਾਈਪਸ ਆਫ ਸੈੱਲ ਅਡੈਪਟੇਸ਼ਨ, ਇਸ 'ਚ ਏਟ੍ਰੋਫੀ, ਹਾਈਪਰਟ੍ਰੋਫੀ, ਹਾਈਪਰਪਲੇਸੀਆ ਐਂਡ ਮੈਟਾਪਲੇਸੀਆ। ਹੁਣ ਇਹਨਾਂ ਚੀਜ਼ਾਂ ਨੂੰ ਆਪਾਂ ਥੋੜਾ ਫਰਦਰ ਪੜ੍ਹਦੇ ਹਾਂ।
ਬਰੀਫ एट्रोफी की ਹੁੰਦੀ ਹੈ। ਫਸਟ ਆਪਣੇ ਕੋਲ एट्रोफी ਕੀ ਹੈ। एट्रोफी है ए मतलब लग गया यानी कि जो डिक्रीज हो रहा है, यानी कि श्रिंकेज इन द, इट इज डिफाइंड एज श्रिंकेज इन द साइज ऑफ ऑर्गन ड्यू टू डिक्रीज इन सेल साइज एंड नंबर। यानी कि हो रहा है जो सेल का साइज है जो वो की हो गया श्रिंक हो गया इन द ऑर्गन ऑफ द ऑर्गन। जो ऑर्गन ਦੇ ਵਿੱਚ ਕੋਈ ਵੀ ਆਪਣੇ ਕੋਲ ਸੈਲਸ ਹੁੰਦੇ ਨੇ, ਕੋਈ ਟਿਸ਼ੂਜ਼ ਹੁੰਦੇ ਨੇ, ਉਹ ਕੀ ਗਏ ਨੇ श्रिंक हो गया, ਉਹਨਾਂ ਦਾ ਸਾਈਜ਼ ਜੋ ਡਿਕਰੀਜ਼ ਹੋ ਗਿਆ, ਸੈਲ ਸਾਈਜ਼ ਸੈਲ ਨੰਬਰ ਕੀ ਹੋ ਗਿਆ ਡਿਕਰੀਜ਼ ਹੋ ਗਿਆ। ਹੁਣ ਇਸ ਦੀ ਪੈਥੋਜੈਨੇਸਿਸ ਕੀ ਹੈ। ਪੈਥੋਜੈਨੇਸਿਸ ਇਸ ਦੇ ਵਿੱਚ ਕੀ ਹੈ ਕਿ reduction in cell size result from a reduction in structural components of cell like mitochondria etc. The affected cell may undergo cell death। ਕੀ ਲਿਖਿਆ ਪੈਥੋਜੈਨੇਸਿਸ ਦੇ ਵਿੱਚ। ਹੁਣ ਆਪਣੇ ਕੋਲ ਕੀ ਹੈ, ਸਾਈਜ਼ ਜਿਹੜਾ ਹੈਗਾ ਸੈਲ ਸਾਈਜ਼ ਉਹ ਕੀ ਹੋ ਗਿਆ श्रिंक हो गया है, डिक्रीज हो गया, यानी सेल साइज रिड्यूस है। उस दे नाल की होएगा जो अपने सैल दे अंदर कंपोनेंट्स होंदे ने, ऑर्गेनेलिज होंदे ने, वो की गए ने डिक्रीज हो गए ने, उन्हां दी भी अमाउंट घट गई है, रिड्यूस हो गई है, क्योंकि अफेक्टेड सैल जेडे ने वो की हो गए ने सैल डेथ दे विच अकर हो गए ने, अंडर हो गए, मतलब सैल जो अफेक्टेड सैल ने वो मरना स्टार्ट हो गए ने। दैट इज कॉल्ड एट्रोफी दी पैथोजेनेसिस। नेक्स्ट है टाइप्स ऑफ एट्रोफी, यानी फिजियोलॉजिकल एट्रोफी एंड पैथोलॉजिकल एट्रोफी। इसमें आप एग्जांपल तो याद रखोगे। फिजियोलॉजिकल ਦੇ ਵਿੱਚ ਕੀ ਹੈ ਕਿ यूट्रस ਦਾ ਸਾਈਜ਼ डिक्रीज हो रहा है आफ्टर चाइल्ड बर्थ। यूट्रस ਦਾ ਸਾਈਜ਼ ਕੀ ਹੈ ਚਾइल्ड बर्थ ਤੋਂ ਬਾਅਦ ਕੀ ਹੋ ਗਿਆ ਘਟ ਗਿਆ ਹੈ। ਇੱਕ ਫਿजियोलॉजिकल एट्रोफी है। फिजियोलॉजिकल एट्रोफी मतलब कि ਆਪਣੀ ਬੋਡੀ ਜੋ ਹੈ ਜਦੋਂ ਇੱਕ ਪਰਮਾਨੈਂਟ ਗਰੋਥ ਤੱਕ ਪਹੁੰਚ ਜਾਂਦੀ ਹੈ ਤਾਂ ਉਹ ਰੁਕ ਜਾਂਦੀ ਹੈ। मतलब की है कि जो बेबी जोड़ा है फुली डेवलप्ड हो गया है मदर दी वूम दे विच, तो उन्हें की है अपनी जो ग्रोथ है उस चीज़ को रोक के बाहर आ गया है, तो उस नाल ऑटोमैटिकली जो की है यूट्रस का साइज अपनी मदर का की हो गया डिक्रीज हो गया है, यानी ये फिजियोलॉजिकल एट्रोफी है। पैथोलॉजिकल एट्रोफी च की है कि जे आप कुछ खाओगे पीएंगे नहीं, यानी कि इस अपना रोल है, यानी कि जे इम्प्रॉपर न्यूट्रिशन है या एजिंग फैक्टर है, मेनोपॉज है, उसके कारण की हो गया है ऑस्टियोपोरोसिस हो गया बोन की। पैथोलॉजिकल च की लिखे एग्जांपल कि ऑस्टियोपोरोसिस ऑफ बोन ड्यू टू एजिंग, मेनोपॉज एंड इम्प्रॉपर न्यूट्रिशन। ऑस्टियोपोरोसिस का मतलब होता है वीकनिंग, बोन्स जड़ियां ने वीक हो गई ने किस दे कारण, एजिंग फैक्टर भी हो सकता है, कोई मेनोपॉज है वूमेन उसके कारण भी हो सकता है, जल्दी हो गया मेनोपॉज उसके कारण हो सकता है, इम्प्रॉपर न्यूट्रिशन है, इम्प्रॉपर न्यूट्रिशन ले रहा है पेशेंट तो उसके कारण भी ऑस्टियोपोरोसिस होने के चांसेस ने। यानी अपनी बॉडी रिस्पॉन्स कर रही है इस चीज़ ਨੂੰ, अपनी बॉडी जो ਆਪਾਂ नहीं खा रहे ਹੈਗੇ उसके कारण ਆਪਾਂ ਨੂੰ जो है अपने सैल ਜਿਹੜੇ ਨੇ ਉਹਨਾਂ ਦਾ ਸਾਈਜ਼ श्रिंक हो रहा है, ਉਹਨਾਂ ਦਾ ਸਾਈਜ਼ डिक्रीज हो रहा है। बट फिजियोलॉजिकल एट्रोफी ਦੇ ਵਿੱਚ ਕੀ है, फिजियोलॉजिकल ਦੇ ਵਿੱਚ ਇਹ ਹੈ ਕਿ बेबी पूरा डेवलप्ड हो गया सी, उसने अपना काम कर दिता सी, इस करके हुण ਉਹਦਾ साइज जो है ऑटोमैटिकली डिक्रीज हो गया है, उसनू बोलते हैं फिजियोलॉजिकल एट्रोफी, जिस दे विच अपना मतलब रोल है पर अपनी बॉडी जिन्ना कुछ उसनू सहन कर सकती है उन्ना की उसने सहन किया है। नेक्स्ट आ जाता अपने को हाइपरप्लेसिया। हाइपरप्लेसिया ਦੇ ਵਿੱਚ ਕੀ ਹੈ, हाइपर यानी कि इंक्रीज, प्लेसिया यानी कि नंबर ऑफ सेल, इट इज एन इंक्रीज इन नंबर ऑफ सेल इन एन ऑर्गन और टिश्यू, दैट इज कॉल्ड हाइपरप्लेसिया। यानी नंबर ऑफ सेल ਜਿਹੜੇ ਨੇ ਹੁਣ इंक्रीज हो गए ने इन द ऑर्गन और टिश्यू, जो कि ਕੀ ਹੈ ਇੱਕ ਐਬਨੋਰਮੈਲਿਟੀ ਕੰਡੀਸ਼ਨ ਹੈ, मतलब ਇਹ ਵੀ ਇੱਕ ਖਤਰੇ ਵਾਲੀ ਕੰਡੀਸ਼ਨ ਹੁੰਦੀ ਹੈ ਜਿਸ ਦੇ ਵਿੱਚ ਕੀ ਹੈ ਕਿ पैथोजेनेसिस इस चीज़ की है कि एबनॉर्मल इंक्रीज इन टिश्यू मास इज कॉज्ड बाय स्टिमुलस लाइक एक्सेसिव हार्मोनल स्टिमुलेशन, न्यूट्रिशन, ब्लड, मैकेनिकल एक्टिविटी और ग्रोथ फैक्टर। पैथोजेनेसिस की लिखे है कि जो ज़्यादा नंबर ऑफ सैल इंक्रीज हो जाए उस दे नाल की है एबनॉर्मल हो जाता है टिश्यू का मास इंक्रीज है, मतलब एबनॉर्मली टिश्यू का मास इंक्रीज हो रहा है, इन्नी उसनू जरूरत नहीं है इंक्रीज होने की। वो किस दे कारण हो सकता है, जो हार्मोन्स की स्टिमुलेशन ज़्यादा हो रही हो, हार्मोन्स जो स्टिमुलेट ज़्यादा कर रहे हो, न्यूट्रिशन आप एक्सेस च ले रहे हैं, ब्लड की जो प्रोडक्शन है वो ज़्यादा हो गई है, ज़्यादा बढ़ गया अपने अंदर खून, कोई ग्रोथ फैक्टर है या मैकेनिकल एक्टिविटी के कारण ये चीज़ा हो सकती हैं। नेक्स्ट है अपने को टाइप्स ऑफ हाइपरप्लेसिया, सेम है फिजियोलॉजिकल हाइपरप्लेसिया एंड पैथोलॉजिकल हाइपरप्लेसिया। फिजियोलॉजिकल हाइपरप्लेसिया ਦੇ ਵਿੱਚ सेम वही एग्जांपल है कि साइज जो है किस ਦਾ यूट्रस ਦਾ इंक्रीज हो रहा है इन प्रेगनेंसी, वो फिजियोलॉजिकली हो रहा है, ਉਸ ਨਾਲ पता है बॉडी ਨੂੰ कि मैंने ਹੁਣ इस टाइम ਤੇ ਕਿੰਨਾ ਕਿ इंक्रीज करना अपना साइज। पैथोलॉजिकल हाइपरप्लेसिया ਦੇ ਵਿੱਚ ਕੀ है कि एंडोमेट्रियल हाइपरप्लेसिया है ड्यू टू इम्बैलेंस एंड इंक्रीज इन अमाउंट ऑफ एस्ट्रोजन लीड्स टू इंक्रीज इन नंबर ऑफ एंडोमेट्रियल ग्लैंड्स, यानी कि ਆਪਾਂ ਨੇ कुछ ज़्यादा इदा ਦਾ प्रोडक्ट खा लिया है जिस ਦੇ ਨਾਲ एस्ट्रोजन जो है अपनी बॉडी 'ਚ इंक्रीज हो गया है, जिस ਦੇ ਨਾਲ एंडोमेट्रियल
एंडोमीट्रियल हाइपरप्लेजिया हो रहा है, ਇੰਬੈਲੈਂਸ ਹੋ ਗਿਆ ਐਸਟ੍ਰੋਜਨ ਦਾ ਆਪਣੀ ਬੋਡੀ 'ਚ, ਜਿਸ ਦੇ ਨਾਲ ਐਂਡੋਮੀਟਰੀਅਲ ਜਿਹੜੇ ਗਲੈਂਡਸ ਨੇ ਉਹਨਾਂ ਦਾ ਨੰਬਰ ਇੰਕਰੀਜ਼ ਹੋ ਗਿਆ। ਯਾਨੀ ਕਿ ਇਹ ਚੀਜ਼ ਕਿਸ ਤਰ੍ਹਾਂ ਕੀਤੀ ਹੈ, ਆਪਣੀ ਬੋਡੀ ਆਪਾਂ ਕੀਤੀ ਹੈ, ਆਪਾਂ ਕੁਝ ਜ਼ਿਆਦਾ ਇੱਦਾਂ ਦਾ ਖਾ ਲਿਆ ਹੈ, ਜਿਸ ਦੇ ਨਾਲ ਪੈਥੋਲੋਜੀਕਲ ਹਾਈਪਰਪਲੇਜ਼ੀਆ ਹੋ ਗਿਆ, ਐਂਡੋਮੀਟਰੀਅਲ ਹਾਈਪਰਪਲੇਜ਼ੀਆ ਹੋ ਗਿਆ ਹੈ। ਨੈਕਸਟ ਆਪਣੇ ਕੋਲ ਆ ਜਾਂਦਾ ਹਾਈਪਰਟ੍ਰੋਫੀ। ਸੇਮ ਹੈ, ਹਾਈਪਰਟ੍ਰੋਫੀ ਯਾਨੀ ਕਿ ਇੰਕਰੀਜ਼, ਬਟ ਇਸ 'ਚ ਕੀ ਹੈ, ਸਾਈਜ਼, ਸੈੱਲ ਦਾ ਸਾਈਜ਼ ਇੰਕਰੀਜ਼ ਹੋ ਰਿਹਾ। ਉਸ 'ਚ ਕੀ ਸੀ, ਹਾਈਪਰਪਲੇਜ਼ੀਆ 'ਚ ਨੰਬਰ ਆਫ ਸੈੱਲ ਇੰਕਰੀਜ਼ ਹੋ ਰਹੇ ਸੀ, ਹਾਈਪਰਟ੍ਰੋਫੀ 'ਚ ਇੰਕਰੀਜ਼ ਹੋ ਰਿਹਾ ਸਾਈਜ਼ ਆਫ ਸੈੱਲ। ਇਸ ਦੀ ਪੈਥੋਜੈਨੇਸਿਸ ਕੀ ਹੈ ਕਿ ਹਾਈਪਰਟ੍ਰੋਫੀ ਅਕਰਸ ਡਿਊ ਟੂ इंक्रीज सिंथेसिस ऑफ सेल ऑर्गेनेल, प्रोडक्शन ऑफ ग्रोथ फैक्टर। यानी हाइपरट्रॉफी यानी साइज जो है सेल्स का कितना इंक्रीज हो रहा है, क्योंकि जो सेल ऑर्गेनेलिस की सिंथेसिस है वो ज़्यादा हो रही है, या अपने जो ग्रोथ फैक्टर ने उन्होंने प्रोडक्शन ज़्यादा हो रही है, उसके कारण हाइपरट्रॉफी पेशेंट नू हो सकती है। नेक्स्ट है अपने को मेटाप्लेसिया। It is a reversible change in which one adult cell type is replaced by another cell type। यानी एक reversible change है जिस दे विच adult cell type जो है वो एक another cell type ਦੇ ਨਾਲ replace ਕਰ ਦਿੱਤੀ है ਆਪਾਂ ਨੇ। ਇਸ ਦੇ ਵਿੱਚ types of metaplasia ਚ ਆਪਣੇ ਕੋਲ ਪਹਿਲਾਂ ਆਉਂਦੀ ਹੈ epithelial metaplasia, next है mesenchymal metaplasia। epithelial metaplasia, it is the delicate glandular epithelium is replaced by stronger and less specialized epithelium। यानी कि एक ਜਿਹੜੀ delicate जो अपनी epithelium है ਉਹ ਖਰਾਬ ਹੋ ਚੁੱਕੀ ਸੀ, ਉਸਨੂੰ ਆਪਾਂ ਨੇ ਇੱਕ ਸਟਰੋਂਗ ਤੇ ਲੈਸ ਸਪੈਸ਼ਲਾਈਜ਼ਡ ਐਪੀਥੀਲੀਅਮ ਨਾਲ ਰਿਪਲੇਸ ਕਰ ਦਿੱਤਾ ਹੈ। ਜਿਵੇਂ ਆਪਣਾ ਜੋ ਬਾਡੀ ਦੇ ਸੈਲਸ ਹੈ, ਜਿਵੇਂ ਉਹਦੇ ਵਿੱਚ ਬਲੱਡ ਸੈਲ ਜਿਹੜੇ ਹੁੰਦੇ ਨੇ, ਬੋਨ ਮੈਰੋ ਦੇ ਵਿੱਚ ਕੀ ਕਰਦੀ ਹੈ, ਆਪਣੇ ਜੋ ਜਿਸ 'ਚ ਕੀ ਹੈ ਆਪਣਾ ਜੋ ਬਲੱਡ ਹੈ ਉਹ ਬੋਨ ਮੈਰੋ ਦੇ ਥਰੂ ਕੀ ਹੈ ਚੇਂਜ ਹੁੰਦਾ ਹੈ, ਜਿਸ ਪ੍ਰੋਸੈਸ ਨੂੰ ਆਪਾਂ ਕੀ ਬੋਲਦੇ ਹਾਂ, ਹੈਮੈਟੋਪੋਇਸਿਸ। ਹੈਮੈਟੋਪੋਇਸਿਸ ਦੇ ਨਾਲ ਕੀ ਹੈ ਕਿ ਜੋ ਆਪਣੇ ਬਲੱਡ ਸੈੱਲ ਜੋ ਆਪਣੇ ਆਰਬੀਸੀਜ਼ ਨੇ ਉਹ ਕੀ ਕਰਦੇ ਨੇ, ਜਿਵੇਂ ਉਹ ਡਿਸਟਰੋਏ ਵਗੈਰਾ ਹੋ ਗਏ ਨੇ, ਡੈਲੀਕੇਟ ਵਗੈਰਾ ਹੋ ਜਾਂਦੇ ਨੇ, ਜਦੋਂ ਉਹਨਾਂ ਦਾ ਟਾਈਮ ਪੀਰੀਅਡ ਆਫ ਹੋ ਜਾਂਦਾ ਹੈ ਤਾਂ ਆਪਣਾ ਜੋ ਬੋਨ ਮੈਰੋ ਹੈ ਉਹ ਨਿਊ ਬਲੱਡ ਵੈਸਲਸ ਜਿਹੜੇ ਨੇ, ਨਿਊ ਆਰਬੀਸੀਜ਼ ਨੂੰ ਪ੍ਰੋਡਿਊਸ ਕਰਦੀ ਹੈ, ਤਾਂ ਉਹ ਵੀ ਇੱਕ ਐਪੀਥੀਲੀਅਲ ਮੈਟਾਪਲੇਸੀਆ ਦੀ ਐਗਜ਼ਾਮਪਲ ਹੋ ਸਕਦੀ ਹੈ। ਨੈਕਸਟ ਆਪਣੇ ਕੋਲ ਮੇਜ਼ਲਕਾਈਮਲ ਮੈਟਾਪਲੇਸੀਆ, ਜਿਸ ਦੇ ਵਿੱਚ ਆਪਣੇ ਕੋਲ ਫਰਦਰ ਟੂ ਨੇ osseous metaplasia and cartilaginous metaplasia। Osseous metaplasia, formation of bone in fibrous tissue, cartilage and myxoid tissue called osseous metaplasia। Cartilaginous metaplasia is seen in healing fracture when immobilization is not proper। cartilaginous metaplasia ਕਦੋਂ ਹੁੰਦਾ, ਜਿਵੇਂ ਕੋਈ ਪੇਸ਼ੈਂਟ ਨੂੰ ਫ੍ਰੈਕਚਰ ਵਗੈਰਾ ਹੋਇਆ ਹੈ ਤਾਂ ਉਹ ਆਪਣੀ ਬੋਡੀ ਜੋ ਹੈ ਉਸ ਚੀਜ਼ ਨੂੰ ਹੀਲ ਅਪ ਕਰਦੀ ਹੈ ਖੁਦ, ਤਾਂ ਉਸ ਚੀਜ਼ ਨੂੰ ਜੋ ਉਸ ਵਿੱਚ ਕੀ ਹੁੰਦਾ ਕਿ ਅਡਲਟ ਸੈਲ ਟਾਈਪ ਨੂੰ ਅਨਦਰ ਸੈਲ ਟਾਈਪ ਦੇ ਨਾਲ ਰਿਪਲੇਸ ਕਰ ਦਿੱਤਾ ਜਾਂਦਾ ਹੈ। नेक्स्ट अपने को लास्ट आता है डिस्प्लेसिया। डिस्प्लेसिया की है, इट इज डिफाइंड एज abnormal proliferation। यानी कि जो अपनी बॉडी के सैल्स ने वो abnormally प्रोड्यूस होने स्टार्ट हो जाते हैं, abnormally उन्होंने विच ग्रोथ आनी abnormally ग्रोथ होंदी है सैल ते, उस चीज़ ਨੂੰ ਆਪਾਂ बोलते हैं डिस्प्लेसिया। तो ये सीगे अपने को 5 टाइप्स ऑफ सैल एडेप्टेशन। फर्स्ट हैगी अपने को एट्रोफी, जिस ਦੇ ਵਿੱਚ ਜੋ ਡਿਕਰੀਜ਼ ਹੁੰਦਾ ਹੈ ਸੈੱਲ ਸਾਈਜ਼ ਐਂਡ ਨੰਬਰ, ਸੈੱਲ ਜੋ ਹੈ ਉਹਨਾਂ ਦਾ ਸਾਈਜ਼ ਸ਼ਰਿੰਕ ਹੋ ਜਾਂਦਾ ਹੈ, ਦੈਟ ਇਜ਼ ਕਾਲਡ ਏਟ੍ਰੋਫੀ। ਨੈਕਸਟ ਆਪਣੇ ਕੋਲ ਹਾਈਪਰਪਲੇਜ਼ੀਆ, ਜਿਸ ਦੇ ਵਿੱਚ ਨੰਬਰ ਆਫ ਸੈੱਲ ਇੰਕਰੀਜ਼ ਹੁੰਦੇ ਨੇ। ਨੈਕਸਟ ਆਪਣੇ ਕੋਲ ਹਾਈਪਰਟ੍ਰੋਫੀ, ਜਿਸ ਦੇ ਵਿੱਚ ਸਾਈਜ਼ ਆਫ ਸੈੱਲ ਇੰਕਰੀਜ਼ ਹੁੰਦੇ ਨੇ। ਮੈਟਾਪਲੇਜ਼ੀਆ, ਜਿਸ ਦੇ ਵਿੱਚ ਅਡਲਟ ਸੈੱਲ ਟਾਈਪ ਨੂੰ ਅਨਦਰ ਸੈੱਲ ਟਾਈਪ ਨਾਲ ਰਿਪਲੇਸ ਕਰ ਦਿੱਤਾ ਜਾਂਦਾ ਹੈ। ਐਂਡ ਡਿਸਪਲੇਜ਼ੀਆ, ਜਿਸ ਦੇ ਵਿੱਚ ਐਬਨੋਰਮਲ ਗਰੋਥ ਹੁੰਦੀ ਹੈ ਸੈੱਲ ਦੀ। ਨੈਕਸਟ ਆਪਣੇ ਕੋਲ ਆ ਜਾਂਦਾ ਸੈੱਲ ਇੰਜਰੀ। ਸੈੱਲ ਇੰਜਰੀ ਹੁਣ ਕੀ ਹੈ, ਜੋ ਇਸ ਚੈਪਟਰ ਦਾ ਮੇਨ ਟੌਪਿਕ ਹੈ ਉਹ ਕੀ ਸੀ, ਸੈੱਲ ਇੰਜਰੀ। ਸੈੱਲ ਇੰਜਰੀ ਇਜ਼ ਡਿਫਾਈਨਡ ਐਜ਼ ਚੇਂਜ ਵਿਦਿਨ ਅ ਸੈੱਲ ਐਜ਼ ਅ ਰਿਜ਼ਲਟ ਆਫ ਵੈਰਾਈਟੀ ਆਫ ਸਟ੍ਰੈਸ ਦੈਟ ਇਜ਼ ਇਟ encountered due to changes in its internal and external environment। ਸੈੱਲ ਇੰਜਰੀ ਯਾਨੀ ਕਿ ਕੋਈ ਸਟ੍ਰੈਸਫੁਲ ਇਵੈਂਟ ਆਏ ਨੇ, ਕੋਈ ਵੈਰਾਈਟੀ ਆਫ ਸਟ੍ਰੈਸਿਸ ਹੋ ਸਕਦੇ ਨੇ, ਕੋਈ ਵੀ ਚੀਜ਼ ਹੋ ਸਕਦੀ ਹੈ ਜਿਸ ਦੇ ਨਾਲ ਆਪਣੇ ਜੋ ਸੈੱਲ ਨੇ ਵਿਦਨ ਦਾ ਬੋਡੀ ਉਹ ਚੇਂਜ ਹੋਣਗੇ। ਉਹ ਚੇਂਜਸ ਜਿਹੜੇ ਨੇ ਉਹਨਾਂ ਦਾ ਇੰਟਰਨਲ ਤੇ ਐਕਸਟਰਨਲ ਇਨਵਾਇਰਨਮੈਂਟ ਤੇ ਦੋਨਾਂ ਤੇ ਇੰਪੈਕਟ ਪੈਂਦਾ ਹੈ। ਤਾਂ ਕਾਜ਼ਸ ਕੀ ਹੈ ਸੈੱਲ ਇੰਜਰੀ ਹੋਣ ਦੇ, ਮੇਨ ਕਾਜ਼ਸ ਕੀ ਹੈ ਸੈੱਲ ਇੰਜਰੀ ਹੋਣ ਦੇ, ਪਹਿਲਾ ਹੈ ਹਾਈਪੋਕਸੀਆ ਐਂਡ ਇਸਚੀਮੀਆ। ਹਾਈਪੋਕਸੀਆ ਕੀ ਹੁੰਦਾ ਹੈ ਕਿ ਆਪਣੀ ਬੋਡੀ ਨੂੰ ਉਨੀ ਸਫੀਸ਼ੀਐਂਟ ਆਕਸੀਜਨ ਜੋ ਹੈ ਆਪਣੀ ਬੋਡੀ ਟਿਸ਼ੂਜ਼ ਨੂੰ ਉਨੀ ਸਫੀਸ਼ੀਐਂਟ ਆਕਸੀਜਨ ਨਹੀਂ ਮਿਲ ਪਾ ਰਹੀ, ਜਿਸ ਦੇ ਨਾਲ ਆਪਣਾ ਬੋਡੀ 'ਚ ਹਾਈਪੋਕਸੀਆ ਹੋ ਗਿਆ ਹੈ। ਨੈਕਸਟ ਆਪਣੇ ਕੋਲ ਹੈ ਫਿਜ਼ੀਕਲ ਏਜੰਟ, ਯਾਨੀ ਕਿ ਮਕੈਨੀਕਲ ਟਰੋਮਾ ਜਾਂ ਸਰਜਰੀ, ਇਲੈਕਟ੍ਰਿਸਿਟੀ, ਰੇਡੀਏਸ਼ਨ ਦੇ ਕਾਰਨ, ਫਿਜ਼ੀਕਲ ਏਜੰਟਸ ਦੇ ਕਾਰਨ ਆਪਾਂ ਨੂੰ ਸੈੱਲ ਇੰਜਰੀ ਹੋ ਸਕਦੀ ਹੈ। ਕੋਈ ਇਲੈਕਟ੍ਰਿਕ ਸ਼ੌਕ ਲੱਗਿਆ ਹੈ, ਕੋਈ ਆਪਾਂ ਨੂੰ ਫ੍ਰੈਕਚਰ ਵਗੈਰਾ ਹੋਇਆ ਹੈ, ਇੱਕ ਸਰਜਰੀ ਵਗੈਰਾ ਹੋਈ ਹੈ ਪੇਸ਼ੈਂਟ ਦੀ, ਯਾਨੀ ਕਿ ਉਸ ਦੇ ਨਾਲ ਵੀ ਕੀ ਹੋ ਸਕਦੀ ਹੈ, ਸੈੱਲ ਇੰਜਰੀ ਹੋ ਰਹੀ ਹੈ। ਫਿਰ ਹੈ ਕੈਮੀਕਲ ਐਂਡ ਡਰੱਗਸ ਦੇ ਕਾਰਨ, ਕੋਈ ਕੈਮੀਕਲ ਪੋਇਜ਼ਨ ਜਾਂ ਇਨਵਾਇਰਮੈਂਟਲ ਪੋਲਿਊਟੈਂਟਸ ਦੇ ਕਾਰਨ ਆਪਣੀ ਬੋਡੀ ਨੂੰ ਆਪਣੀ ਬੋਡੀ ਜਿਹੜੀ ਹੈ ਇੱਕ ਸਟ੍ਰੈਸਫੁਲ ਕੰਡੀਸ਼ਨ 'ਚ ਆ ਚੁੱਕੀ ਹੈ, ਉਹ
ਪੋਇਜ਼ਨਸ ਜੋ ਨੇ ਜਾਂ ਫਿਰ ਆਪਣੇ ਇਨਵਾਇਰਮੈਂਟਲ ਪੋਲਿਊਟੈਂਟਸ ਜੋ ਨੇ ਉਹਨਾਂ ਦੇ ਨਾਲ ਪੇਸ਼ੈਂਟ ਨੂੰ ਹਾਈਪੋਕਸੀਆ ਹੋ ਸਕਦਾ ਹੈ। ਕਿਸ ਤਰ੍ਹਾਂ? ਕਿਉਂਕਿ ਆਪਣੇ ਜੋ ਪੋਲਿਊਟੈਂਟਸ ਨੇ, ਪੋਇਜ਼ਨਸ ਨੇ, ਉਹ ਆਪਾਂ ਇਨਹੇਲ ਕਰੂੰਗੇ, ਉਹ ਰੈਸਪੀਰੇਟਰੀ ਸਿਸਟਮ ਨੂੰ ਅਫੈਕਟ ਕਰਨਗੇ, ਬਾਕੀ ਆਰਗਨਸ ਨੂੰ ਅਫੈਕਟ ਕਰਨਗੇ ਆਪਣੀ ਬਾਡੀ 'ਚ, ਜਿਸ ਦੇ ਨਾਲ ਕੀ ਆ ਹਾਈਪੋਕਸੀਆ ਇਸਚੀਮੀਆ ਹੋਣ ਦੇ ਚਾਂਸਸ ਨੇ, ਸੈੱਲ ਇੰਜਰੀ ਹੋਣ ਦੇ ਚਾਂਸਸ ਨੇ। ਨੈਕਸਟ ਆਪਣੇ ਕੋਲ ਹੈ ਮਾਈਕਰੋਬੀਅਲ ਏਜੰਟ, ਬੈਕਟੀਰੀਆ ਐਂਡ ਵਾਇਰਸਿਸ। ਯਾਨੀ ਹੁਣ ਮਾਈਕਰੋਬਸ ਦੇ ਨਾਲ ਵੀ ਆਪਾਂ ਨੂੰ ਸੈੱਲ ਇੰਜਰੀ ਹੋ ਸਕਦੀ ਹੈ। ਕਿਸ ਤਰ੍ਹਾਂ? ਕਿ ਜਿਵੇਂ ਟਾਈਫਾਇਡ ਵਗੈਰਾ ਦੀ ਪ੍ਰੋਬਲਮਸ ਹੁੰਦੀਆਂ ਨੇ, ਉਹ ਵੀ ਕੀ ਇੱਕ ਫੀਵਰ ਵਗੈਰਾ ਹੁੰਦਾ ਉਸ 'ਚ, ਤਾਂ ਉਹ ਵੀ ਕੀ ਇੱਕ ਸਟ੍ਰੈਸਫੁਲ ਕੰਡੀਸ਼ਨ ਆਈ ਹੈ ਜਿਸ ਦੇ ਨਾਲ ਸੈੱਲ ਇੰਜਰੀ ਹੋ ਰਹੀ ਹੈ। ਤਾਂ ਇਹ ਮਾਈਕਰੋਬ ਵੀ ਜਿਹੜੇ ਨੇ, ਇਹ ਮਾਈਕਰੋਬੀਅਲ ਏਜੰਟਸ ਵੀ ਆਪਣੀ ਬਾਡੀ ਨੂੰ ਇਫੈਕਟ ਕਰਦੇ ਨੇ। ਫਿਰ ਇਮਿਊਨੋਲੋਜੀਕਲ ਏਜੰਟ ਕਿੱਦਾਂ ਆਪਣੀ ਬਾਡੀ ਨੂੰ ਕਰ ਸਕਦੇ ਆ ਇਫੈਕਟ? ਇਮਿਊਨੋਲੋਜੀਕਲ ਏਜੰਟਸ ਦਾ ਕੀ ਹੈ ਕਿ ਹਾਈਪਰ ਸੈਂਸਿਟੀਵਿਟੀ ਰਿਐਕਸ਼ਨ, ਯਾਨੀ ਕੋਈ ਐਲਰਜਿਕ ਇਵੈਂਟਸ ਆ ਗਈ ਹੈ ਆਪਣੀ ਬਾਡੀ 'ਚ, ਕਿ ਕੋਈ ਸਟ੍ਰੈਸਫੁਲ ਕੰਡੀਸ਼ਨ, ਐਲਰਜਿਕ ਇਵੈਂਟ ਆਈ ਹੈ, ਉਹ ਵੀ ਇੱਕ ਸਟ੍ਰੈਸਫੁਲ ਕੰਡੀਸ਼ਨ ਹੈ। ਐਲਰਜੀ ਵਗੈਰਾ ਹੋਈ ਹੈ ਕਿਸੇ ਪੇਸ਼ੈਂਟ ਨੂੰ, ਤਾਂ ਉਹ ਵੀ ਇੱਕ ਸਟ੍ਰੈਸਫੁਲ ਕੰਡੀਸ਼ਨ ਹੈ, ਕਿਉਂਕਿ ਪੇਸ਼ੈਂਟ ਜਿਹੜੇ ਨੇ ਸੈਂਸਿਟਿਵ ਹੁੰਦੇ ਨੇ, ਕਈ ਉਹਨਾਂ ਨੂੰ ਕਿਸੇ ਵੀ ਚੀਜ਼ ਤੋਂ ਐਲਰਜੀ ਹੋ ਸਕਦੀ ਹੈ, ਔਰ ਕਈਆਂ ਨੂੰ ਸਮੋਕ ਨਾਲ ਹੋ ਸਕਦੀ ਹੈ ਐਲਰਜੀ, ਤਾਂ ਉਹ ਵੀ ਕੀ ਹੈ ਇੱਕ ਹਾਈਪਰ ਸੈਂਸਿਟਿਵਿਟੀ ਰਿਐਕਸ਼ਨ, ਯਾਨੀ ਕਿ ਸੈਂਸਿਟਿਵ ਪੇਸ਼ੈਂਟ, ਇਮਿਊਨੋ ਕੰਪਰੋਮਾਈਜ਼ ਪੇਸ਼ੈਂਟ ਵੀ ਇਸ 'ਚ ਐਡ ਆਨ ਹੁੰਦੇ ਨੇ। ਫਿਰ ਹੈ ਆਪਣੇ ਕੋਲ ਨਿਊਟ੍ਰੀਸ਼ਨ ਦੇ ਵਿੱਚ ਕੀ ਹੋ ਸਕਦਾ? ਨਿਊਟ੍ਰੀਸ਼ਨ ਖਾਣ ਨਾਲ ਆਪਾਂ ਨੂੰ ਕੀ ਉਸ ਦੇ ਨਾਲ ਥੋੜੀ ਨਾ ਸੈੱਲ ਇੰਜਰੀ ਹੋ ਸਕਦੀ ਹੈ, ਬਟ ਇਹਦੇ ਨਾਲ ਵੀ ਆਪਾਂ ਨੂੰ ਸੈੱਲ ਇੰਜਰੀ ਹੋਣ ਦੇ ਕਿੱਦਾਂ ਚਾਂਸਸ ਨੇ? ਡੈਫੀਸ਼ੀਐਂਸੀ ਆਫ ਨਿਊਟ੍ਰੀਸ਼ਨ, ਸਟਾਰਵੇਸ਼ਨ, ਨਿਊਟ੍ਰੀਸ਼ਨ ਐਕਸੈਸ, ਓਬੈਸਿਟੀ। यानी ज़्यादा खाना भी अफेक्ट करेगा और घट खाना भी अपनी बॉडी ਨੂੰ अफेक्ट करेगा, इंटरनल ਤੇ एक्सटर्नल इन्वायरमेंट ਦੋਨਾਂ ਨੂੰ। डेविएशन अपनी बॉडी 'ਚ ਜਾ ਰਹੀ ਹੈ ਨਿਊਟ੍ਰੀਸ਼ਨ ਦੀ, ਉਹਦੇ ਨਾਲ ਕੀ ਹੋ ਰਿਹਾ? ਸਟਾਰਵੇਸ਼ਨ ਹੋ ਰਿਹਾ, ਬੰਦਾ ਭੁੱਖਾ ਰਹਿ ਰਿਹਾ, ਫਾਸਟ ਵਗੈਰਾ ਜਿਵੇਂ ਲੋਕੀ ਕਰਦੇ ਨੇ, ਉਹ ਚੀਜ਼ ਹੈ ਇਸ 'ਚ। ਜੇ ਨਿਊਟ੍ਰੀਸ਼ਨ ਆਪਾਂ ਐਕਸੈਸ 'ਚ ਲੈਂਦੇ ਹਾਂ ਤਾਂ ਬੰਦਾ ਮੋਟਾ ਹੁੰਦਾ ਜਾ ਰਿਹਾ, ਓਬੈਸਿਟੀ ਹੁੰਦੀ ਜਾ ਰਹੀ ਹੈ ਪੇਸ਼ੈਂਟ ਨੂੰ, ਤਾਂ ਉਹ ਕੀ ਹੈ? ਉਹ ਵੀ ਇੱਕ ਸੈੱਲ ਇੰਜਰੀ ਹੋਣ ਦੇ ਚਾਂਸਸ ਹੈ, ਜੋ ਆਪਣੇ ਇੰਟਰਨਲ ਤੇ ਐਕਸਟਰਨਲ ਇਨਵਾਇਰਮੈਂਟ ਦੋਨਾਂ ਨੂੰ ਅਫੈਕਟ ਕਰੇਗਾ। ਨੈਕਸਟ ਆਪਣੇ ਕੋਲ ਸਾਈਕੋਲੋਜੀਕਲ ਫੈਕਟਰ, ਜਿਸ ਦੇ ਵਿੱਚ ਸਾਈਕੋਲੋਜੀਕਲ ਫੈਕਟਰ 'ਚ ਆਪਣੇ ਕੋਲ ਦੋ ਚੀਜ਼ਾਂ ਆਉਣਗੀਆਂ, ਸਟ੍ਰੈਸ ਐਂਡ ਐਂਜ਼ਾਈਟੀ। ਜਿਸ ਦੇ ਵਿੱਚ ਕੀ ਹੈ ਕਿ ਬੱਚਿਆਂ ਨੂੰ, ਆਪਣੇ 올ਡਰ ਅਡਲਟਸ ਨੂੰ ਕੀ ਹੁੰਦਾ? ਸਟ੍ਰੈਸ ਐਂਜ਼ਾਈਟੀ ਹੋਣ ਦੇ ਚਾਂਸਸ ਹੁੰਦੇ ਨੇ। ਬੱਚਿਆਂ ਨੂੰ ਸਟ੍ਰੈਸ ਕਿੱਦਾਂ ਹੋ ਸਕਦਾ? ਜਿਵੇਂ ਪੜ੍ਹਾਈ ਦਾ ਸਟ੍ਰੈਸ ਹੋ ਗਿਆ, ਕੋਈ ਟੈਸਟ ਹੈ ਉਹਨਾਂ ਦਾ, ਕੋਈ ਪੇਪਰਸ ਵਗੈਰਾ ਨੇ, ਫਾਈਨਲ ਐਗਜ਼ਾਮਸ ਨੇ, ਉਸ ਚੀਜ਼ ਦਾ ਸਟ੍ਰੈਸ, ਐਂਜ਼ਾਈਟੀ, ਉਹਦਾ ਚਾਂਸਸ ਹੁੰਦੇ ਨੇ ਹੋਣ ਦੇ। 올ਡਰ ਅਡਲਟਸ ਨੂੰ ਕੀ, ਉਹਨਾਂ ਨੂੰ ਤਾਂ ਕੋਈ ਟੈਨਸ਼ਨ ਨਹੀਂ ਹੁੰਦੀ ਪੇਪਰਸ ਦੀ, ਬਟ ਉਹਨਾਂ ਨੂੰ ਇਸ ਚੀਜ਼ ਦੀ ਟੈਨਸ਼ਨ ਹੁੰਦੀ ਹੈ ਕਿ ਜਿਵੇਂ ਉਹਨਾਂ ਨੂੰ ਵੀ ਛੋਟੀ ਛੋਟੀ ਗੱਲ ਦੀ ਟੈਨਸ਼ਨ, ਪੈਸਾ ਜਾਂ ਫਿਰ ਕੋਈ ਖਾਣਾ, ਕੁਝ ਵੀ ਉਹਨਾਂ ਨੂੰ ਛੋਟੀ ਜਿਹੀ, ਤਾਂ ਹੀ ਉਹਨਾਂ ਨੂੰ ਆਪਾਂ ਕੀ ਹੈ, 올ਡਰ ਅਡਲਟਸ ਨੂੰ ਆਪਾਂ ਜੋ ਵੀ ਗੱਲ ਦੱਸਦੇ ਆ ਉਹ ਥੋੜੀ ਧਿਆਨ ਨਾਲ ਦੱਸਦੇ ਆ, ਹੌਲੀ ਹੌਲੀ ਕਰਕੇ ਦੱਸਦੇ ਆ। ਇੱਕਦਮ ਉਹਨਾਂ ਨੂੰ ਕੋਈ ਐਦਾਂ ਸ਼ੌਕਫੁਲ ਇਵੈਂਟ ਜੋ ਕੋਈ ਹੋਇਆ ਹੈ, ਤਾਂ ਉਹ ਚੀਜ਼ ਆਪਾਂ ਇੱਕਦਮ ਉਹਨਾਂ ਨੂੰ ਨਹੀਂ ਦੱਸਦੇ। ਤਾਂ ਉਹੀ ਹੈ, ਉਸ ਨਾਲ, ਇਸ ਚੀਜ਼ ਨਾਲ, ਸਟ੍ਰੈਸ ਨਾਲ, ਐਂਜ਼ਾਈਟੀ ਨਾਲ ਕੀ ਹੋ ਸਕਦੀ ਹੈ? ਸੈੱਲ ਇੰਜਰੀ ਹੋਣ ਦੇ ਚਾਂਸਸ ਹੈ। ਫਿਰ ਜੋ ਮੇਨ ਕਾਜ਼ ਹੈ ਜੈਨੇਟਿਕ ਕਾਜ਼। Genetic defects cause cell injury due to deficiency of protein, accumulation of abnormal protein. Common genetic disorders are Down syndrome. ਇਸ 'ਚ ਕੀ ਹੈ? ਜੈਨੇਟਿਕ ਕਾਜ਼ 'ਚ ਕੀ ਲਿਖਿਆ ਕਿ ਕੋਈ ਵੀ ਜੈਨੇਟਿਕ ਡਿਫੈਕਟਸ ਦੇ ਨਾਲ ਕੀ ਹੋ ਸਕਦਾ? ਸੈੱਲ ਇੰਜਰੀ ਹੋਣ ਦੇ ਚਾਂਸਸ ਨੇ। ਕਿਉਂ? ਕਿਉਂਕਿ ਇਸ ਦੇ ਵਿੱਚ ਕੀ ਹੈ, ਆਪਣੇ ਪ੍ਰੋਟੀਨ ਦੀ ਕੀ ਹੋ ਸਕਦੀ ਹੈ, ਕਿਸ ਦੇ ਕਾਰਨ ਸੈੱਲ ਇੰਜਰੀ ਹੋ ਸਕਦੀ ਹੈ? ਜੈਨੇਟਿਕ ਡਿਫੈਕਟਸ ਕਿੱਦਾਂ ਆ ਸਕਦੇ ਨੇ? ਕਿਉਂਕਿ ਆਪਾਂ ਨੇ ਅੰਦਰ ਪ੍ਰੋਟੀਨ ਦੀ ਡੈਫੀਸ਼ੀਐਂਸੀ ਹੋ ਸਕਦੀ ਹੈ, ਜਾਂ ਫਿਰ ਆਪਣਾ ਅਬਨੋਰਮਲ ਪ੍ਰੋਟੀਨ ਹੋ ਰਿਹਾ ਹੈ। ਅਬਨੋਰਮਲ ਪ੍ਰੋਟੀਨ ਕੀ ਹੈ? ਅਕੋਮੂਲੇਟ ਕਰ ਗਿਆ, ਇਕੱਠਾ ਕਰ ਗਿਆ ਆਪਣੇ ਅੰਦਰ, ਉਹ ਇੱਕ ਨੇ ਇਕੱਠੇ ਜਿਹੇ ਹੋ ਕੇ ਨੋਰਮਲੀ ਕੋਈ ਇਵੈਂਟ, ਜੋ ਕਿ ਸਟ੍ਰੈਸਫੁਲ ਇਵੈਂਟ ਕਾਜ਼ ਕਰਦੀ ਹੈ। ਤੇ ਕਾਮਨ ਜੈਨੇਟਿਕ ਜੋ ਡਿਸਆਰਡਰਸ ਹੁੰਦੇ ਨੇ, ਜਿਵੇਂ ਡਾਊਨ ਸਿੰਡਰੋਮ ਹੋ ਗਿਆ, ਉਹ ਚੀਜ਼ਾਂ ਕੀ ਨੇ? ਜੈਨੇਟਿਕ ਡਿਸਆਰਡਰਸ ਨੇ, ਇਹ ਵੀ ਇਸ ਦੇ ਨਾਲ ਵੀ ਸੈੱਲ ਇੰਜਰੀ ਹੋਣ ਦੇ ਚਾਂਸਸ ਨੇ। ਨੈਕਸਟ ਆਪਣੇ ਕੋਲ ਆਏਗਾ ਰਿਵਰਸੀਬਲ ਐਂਡ ਇਰਰਿਵਰਸੀਬਲ ਸੈੱਲ ਇੰਜਰੀ। ਹੁਣ ਰਿਵਰਸੀਬਲ ਐਂਡ ਇਰਰਿਵਰਸੀਬਲ ਸੈੱਲ ਇੰਜਰੀ 'ਚ ਆਪਣੇ ਕੋਲ ਇੱਕ ਪ੍ਰੋਸੈਸ ਆ ਜਾਂਦਾ ਸੈੱਲ ਇੰਜਰੀ ਦਾ, ਕਿ ਉਸ ਦੇ ਨਾਲ ਕੀ ਚੀਜ਼ਾਂ ਆਉਣਗੀਆਂ। ਉਸ 'ਚ ਆਪਣੇ ਕੋਲ ਰਿਵਰਸੀਬਲ ਸੈੱਲ ਇੰਜਰੀ ਤੇ ਇਰਰਿਵਰਸੀਬਲ ਸੈੱਲ ਇੰਜਰੀ ਦੋਨੋਂ ਚੀਜ਼ਾਂ ਕਵਰ ਹੋ ਜਾਣਗੀਆਂ ਇੱਕ ਪ੍ਰੋਸੈਸ ਆਫ ਸੈੱਲ ਇੰਜਰੀ 'ਚ। ਹੁਣ ਪੇਸ਼ੈਂਟ ਨੂੰ ਆਪਾਂ ਨੇ ਕਿਹਾ ਕਿ ਕੌਜ਼ੇਟਿਵ ਏਜੰਟ ਹੈ ਕੌਣ? ਹਾਈਪੋਕਸੀਆ। ਮਤਲਬ ਸੈੱਲ ਇੰਜਰੀ ਨਾਲ ਆਪਣੇ ਕੋਲ ਕੀ ਹੈ ਕਾਜ਼? ਹਾਈਪੋਕਸੀਆ ਹੋਇਆ, ਡਿਕਰੀਜ਼ ਹੋ ਗਈ ਹੈ, ਸਫੀਸ਼ੀਐਂਟ ਆਕਸੀਜਨ ਨਹੀਂ ਮਿਲ ਰਹੀ ਆਪਣੀ ਬਾਡੀ ਨੂੰ। ਤਾਂ ਹਾਈਪੋਕਸੀਆ ਦੇ ਨਾਲ ਕੀ ਹੈ? ਆਕਸੀਡੇਟਿਵ ਫਾਸਫੋਰਾਈਲੇਸ਼ਨ ਇਨ ਦ ਸੈੱਲ ਵਿਚ ਲੀਡਸ ਡਿਕਰੀਜ਼ ATP ਪ੍ਰੋਡਕਸ਼ਨ। ਯਾਨੀ ਕਿ ਹਾਈਪੋਕਸੀਆ ਦੇ ਨਾਲ ਕੀ ਹੈ, ਜੋ ਆਪਣੇ ਸੈੱਲ ਹੈ ਉਹਨਾਂ ਨੂੰ ਇੱਕ ਆਕਸੀਜਨ, ਸਫੀਸ਼ੀਐਂਟ ਆਕਸੀਜਨ ਨਹੀਂ ਮਿਲ ਰਹੀ, ਜਿਸ ਦੇ ਨਾਲ ਆਪਣਾ ਆਕਸੀਡੇਟਿਵ ਫਾਸਫੋਰਾਈਲੇਸ਼ਨ ਜੋ ਹੈ ਸੈੱਲ ਦੇ ਵਿੱਚ ਉਹ ਇੰਪੇਅਰ ਹੋ ਗਈ ਹੈ, ਅਲਟਰ ਹੋ ਗਈ ਹੈ। ਆਕਸੀਡੇਟਿਵ ਏਜੰਟਸ ਜੋ ਨੇ ਉਹ ਕੀ ਹੋਏ ਨੇ? ਅਲਟਰ ਹੋ ਗਏ ਨੇ, ਜਿਸ ਦੇ ਨਾਲ ATP ਪ੍ਰੋਡਕਸ਼ਨ ਜਿਹੜੀ ਹੈ ਉਹ ਘਟ ਗਈ ਹੈ। ਆਪਾਂ ਨੂੰ ਐਨਰਜੀ, ATP ਪ੍ਰੋਡਕਸ਼ਨ ਯਾਨੀ ਐਨਰਜੀ ਇੰਨੀ ਨਹੀਂ ਮਿਲ ਰਹੀ, ਕਿਉਂਕਿ ਆਪਾਂ ਨੂੰ ਆਕਸੀਜਨ ਤੋਂ ਐਨਰਜੀ ਮਿਲਦੀ ਹੈ,
ਰਾਈਟ। ਤਾਂ ਆਕਸੀਜਨ એનર્ਜੀ ਜਿਹੜੀ ਹੈ ATP ਪ੍ਰੋਡਕਸ਼ਨ ਜਿਹੜੀ ਹੈ ਉਹਦੀ ਡੈਫੀਸ਼ੀਐਂਸੀ ਹੋ ਗਈ ਆਪਣੇ ਅੰਦਰ, ਜਿਸ ਦੇ ਨਾਲ ਸੈਲ ਫੰਕਸ਼ਨ ਜਿਹੜੇ ਨੇ ਡਿਸਰਪਟ ਹੋ ਗਏ ਨੇ, ਲਾਈਕ ਸੋਡੀਅਮ ਐਂਡ ਪੋਟਾਸ਼ੀਅਮ ਪੰਪ ਐਂਡ ਐਨਾਰੋਬਿਕ ਗਲਾਈਕੋਲਾਈਸਿਸ ਹੋ ਗਈ ਹੈ, ਸੌਰੀ ਇੱਥੇ ਮਿਸਟੇਕ ਹੈ, ਇੱਥੇ ਐਨਾਰੋਬਿਕ ਗਲਾਈਕੋਲਾਈਸਿਸ ਹੋਏਗਾ ਵਿਚ ਲੀਡਸ ਟੂ ਐਨਾਰੋਬਿਕ ਗਲਾਈਕੋਲਾਈਸਿਸ ਯਾਨੀ ਐਬਸੈਂਸ ਆਫ ਆਕਸੀਜਨ। ਆਪਣੇ ਅੰਦਰ ਹਾਈਪੋਕਸੀਆ ਹੋਇਆ, ਸੈਲਸ ਨੂੰ ਟਿਸ਼ੂਜ਼ ਨੂੰ ਆਪਣੀ ਸਫੀਸ਼ੀਐਂਟ ਆਕਸੀਜਨ ਨਹੀਂ ਮਿਲੀ, ਜਿਸ ਦੇ ਨਾਲ ATP प्रोडक्शन की है डिक्रीज हो गया, उसकी डेफिशिएंसी हुई तो सेल फंक्शन डिसरप्ट हो गए लाइक सोडियम एंड पोटाशियम पंप, जिस दे नाल की हो गया एनारोबिक ग्लाइकोलाइसिस हो गई है, एब्सेंस हो गई अपने अंदर ऑक्सीजन दी। एट फर्स्ट इंजरी इज रिवर्सिबल, पहली इंजरी की हो सकती है रिवर्सिबल हो सकती है, ठीक है। ਇਹ ਰਿਵਰਸੀਬਲ ਇੰਜਰੀ ਦੇ ਨਾਲ ਕੀ ਹੋ ਸਕਦਾ, ਬੰਦੇ ਨੂੰ ਸਵੈਲਿੰਗ ਹੋ ਸਕਦੀ ਹੈ। ਇਹ ਕਿਨੇ ਕਿਹਾ, ਹੌਲਮਾਰਕ ਨੇ ਕਿਹਾ ਕਿ ਰਿਵਰਸੀਬਲ ਇੰਜਰੀ 'ਚ ਸਵੈਲਿੰਗ ਹੋ ਸਕਦੀ ਹੈ ਵਿਦ ਕੰਟੀਨਿਊਇੰਗ ਐਕਸਪੋਜ਼ਰ ਟੂ ਸਟ੍ਰੈਸ। ਪਰ ਜੋ ਸਟ੍ਰੈਸ ਹੈ ਜੇ ਉਹ ਕੰਟੀਨਿਊ ਰਹਿੰਦਾ ਹੈ ਤਾਂ ਇੰਜਰੀ ਜਿਹੜੀ ਆ ਉਹ ਰਿਵਰਸੀਬਲ ਹੋ ਸਕਦੀ ਹੈ, then injury becomes irreversible। ਤਾਂ ਇਸ ਦੇ ਵਿੱਚ ਹੌਲਮਾਰਕ ਨੇ irreversible ਇੰਜਰੀ ਨੂੰ ਕੀ ਕਿਹਾ ਕਿ ਮੈਂਬਰੇਨ ਡੈਮੇਜ ਹੋ ਸਕਦੀ ਹੈ। ਤਾਂ ਕੀ ਕਿਹਾ कि एनारोबिक ग्लाइकोलाइसिस हुई, एब्सेंस हो गई ऑक्सीजन दी। फर्स्ट इंजरी आई जो कि रिवर्सिबल हो सकती है, हॉलमार्क ने कहा कि रिवर्सिबल इंजरी ਨੂੰ ਆਪਾਂ ਸਵੈਲਿੰਗ ਬੋਲ ਸਕਦੇ ਹਾਂ, ਪੇਸ਼ੈਂਟ ਨੂੰ ਸਵੈਲਿੰਗ ਹੋ ਸਕਦੀ ਹੈ। ਬਟ ਜੇ ਉਹ ਸਟ੍ਰੈਸਫੁਲ ਜੋ ਹੈ, ਸਟ੍ਰੈਸਫੁਲ ਏਜੰਟ ਜੋ ਹੈ, ਜੇ ਉਹ ਕੰਟੀਨਿਊ ਰਿਹਾ ਆਪਣੀ ਬੋਡੀ ਦੇ ਵਿੱਚ ਤਾਂ ਉਹ ਇੰਜਰੀ ਜਿਹੜੀ ਆ ਉਹ ਇਰੀਵਰਸੀਬਲ ਹੋ ਸਕਦੀ ਹੈ। ਤੇ ਹੌਲਮਾਰਕ ਨੇ ਕਿਹਾ ਕਿ ਇਰੀਵਰਸੀਬਲ ਇੰਜਰੀ ਨੂੰ ਅਸੀਂ ਮੈਂਬਰੇਨ ਡੈਮੇਜ ਬੋਲਾਂਗੇ। ਤਾਂ ਐਂਡ ਰਿਜ਼ਲਟ ਜੋ ਹੋਏਗਾ ਇਰੀਵਰਸੀਬਲ ਇੰਜਰੀ ਦਾ, ਉਸਨੂੰ ਬੋਲਾਂਗੇ ਆਪਾਂ ਸੈਲ ਡੈਥ, ਕਿ ਸੈਲ ਡੈਥ ਹੋਣੀ ਸਟਾਰਟ ਹੋ ਗਈ ਹੈ। ਮੋਰਫੋਲੋਜੀਕਲ ਹੌਲਮਾਰਕ ਜਿਹੜੀ ਹੈ ਸੈਲ ਡੈਥ ਦੀ, ਉਸ ਦੇ ਵਿੱਚ ਕੀ ਹੋਏਗਾ, ਲਾਸ ਆਫ ਨਿਊਕਲੀਅਸ, ਨਿਊਕਲੀਅਸ ਦੇ ਵਿੱਚ ਨਿਊਕਲੀਅਸ ਜਿਹੜਾ ਆਪਣਾ ਬੋਡੀ ਦੇ ਵਿੱਚ ਉਹ ਕੀ ਹੋ ਜਾਏਗਾ, ਉਸ ਦਾ ਲਾਸ ਹੋ ਜਾਏਗਾ, ਉਹ ਸੈਲ ਡੈਥ ਹੋ ਜਾਏਗੀ ਉਸ ਚੀਜ਼ ਦੀ। ਨਿਊਕਲੀਅਰ ਚੇਂਜਸ ਆਉਣਗੇ ਉਸ ਚੀਜ਼ ਨਾਲ। ਤੇ ਸੈਲ ਡੈਥ ਦੇ ਨਾਲ ਆਪਣੇ ਕੋਲ ਦੋ ਮਕੈਨਿਜ਼ਮ ਆਉਣਗੇ ਜੋ ਮੇਨ ਮਕੈਨਿਜ਼ਮ ਨੇ, ਨੈਕਰੋਸਿਸ ਐਂਡ ਐਪੋਪਟੋਸਿਸ। ਨੈਕਰੋਸਿਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਫ੍ਰੈਗਮੈਂਟਸ ਬਣ ਜਾਣਗੇ, ਨਿਊਕਲੀਅਰ ਚੇਂਜਸ ਆਉਣਗੇ ਤਾਂ ਫ੍ਰੈਗਮੈਂਟਸ ਬਣ ਜਾਣਗੇ ਨਿਊਕਲੀਅਸ ਦੇ ਜਾਂ ਫਿਰ ਆਪਣੇ ਸੈੱਲ ਦੇ। ਤੇ ਐਪੋਪਟੋਸਿਸ ਦੇ ਵਿੱਚ ਕੰਪਲੀਟਲੀ ਸੈੱਲ ਡੈਮੇਜ। ਤਾਂ ਇਹ ਸੀ ਆਪਣੇ ਕੋਲ ਪ੍ਰੋਸੈਸ ਆਫ ਸੈਲ ਇੰਜਰੀ। ਓਕੇ ਦੈਨ ਆਪਣੀ ਜੋ ਸੈਲ ਇੰਜਰੀ ਹੈ ਉਹ ਆਪਣੀ ਇੱਥੇ ਖਤਮ ਹੁੰਦੀ ਹੈ, ਉਸਦਾ ਪ੍ਰੋਸੈਸ ਕਰ ਲਿਆ ਆਪਾਂ ਨੇ। ਸੈਲ ਇੰਜਰੀ ਦੇ ਬਾਰੇ ਥੋੜਾ ਪੜ੍ਹ ਲਿਆ, ਸੈਲ ਅਡੈਪਟੇਸ਼ਨ ਕੀਤੀ ਹੈ ਅੱਜ ਆਪਾਂ, ਤੇ ਸੈਲ ਇੰਜਰੀ ਕਿਸ ਤਰ੍ਹਾਂ ਹੁੰਦੀ ਹੈ ਉਸ ਦੇ ਬਾਰੇ, ਉਸਦੇ ਕੀ ਕਾਜ਼ਸ ਵਗੈਰਾ ਨੇ ਉਹ ਇਸ ਵੀਡੀਓ 'ਚ ਮੈਂ ਤੁਹਾਨੂੰ ਕਵਰ ਕਰਵਾ ਦਿੱਤੇ ਆ। ਨੈਕਸਟ ਆਪਣੀ ਵੀਡੀਓ ਜੋ ਹੈ ਮੈਂ ਜਲਦੀ ਸ਼ੇਅਰ ਕਰੂੰਗੀ ਨੈਕਰੋਸਿਸ ਐਂਡ ਐਪੋਪਟੋਸਿਸ ਵਾਲੀ, ਜੋ ਇਸ ਚੀਜ਼ ਦਾ ਜੋ ਇਸ ਦੇ ਨਾਲ ਹੀ ਕੋਰਿਲੇਟ ਕਰਦੀ ਹੈ। ਤੇ ਹੁਣ ਦੇ ਲਈ ਟਾਟਾ ਬਾਏ ਬਾਏ, ਥੈਂਕ ਯੂ।